ਮੈਨੂੰ ਲੱਗਦਾ ਇਹ ਸਰਕਾਰਾਂ ਨੂੰ ਆਪ ਜ਼ਿੰਮੇਵਾਰੀ ਲੈ ਕੇ ਆਪਦੇ ਦੇਸ਼ ਦਾ ਭਵਿੱਖ ਕਿਵੇਂ ਦਾ ਹੋਣਾ ਚਾਹੀਦਾ ਉਸ ਬਾਰੇ ਸੋਚਦੇ ਹੋਏ ਇਸ ਪਾਲਿਸੀ ਨੂੰ ਬਦਲਣਾ ਚਾਹੀਦਾ। ਤਾਨਾਸ਼ਾਹੀ ਨਹੀਂ ਚਲੇਗੀ। ਦੇਖੋ ਇਹਨਾਂ ਸਰਕਾਰਾਂ ਜਦੋਂ ਵੀ ਚਾਲਾਂ ਚੱਲਦੀਆਂ ਨੇ ਬਹੁਤ ਅਜੀਬ ਤਰੀਕੇ ਨਾਲ ਚੱਲਦੀਆਂ ਨੇ। ਇਹਨਾਂ ਨੇ ਇਹ ਐਨਪੀਐਸ ਸਕੀਮ ਤੋਂ ਜੁਡੀਸ਼ਰੀ ਪਹਿਲਾਂ ਹੀ ਬਾਹਰ ਕੱਢ ਦੇਖੋ ਇਹ ਤੇ ਉਹ ਹੁੰਦਾ ਨਾ ਗਲੇ ਪਿਆ ਢੋਲ ਜਿਹੜਾ ਉਹ ਵਜਾਉਣਾ ਹੀ ਪੈਂਦਾ। ਠੀਕ ਹੈ, ਕਿਸੇ ਦਾ ਜੀ ਨਹੀਂ ਕਰਦਾ ਕਿ ਨੌਕਰੀ ਕਰਕੇ ਤੇ ਉਹ ਐਵੇਂ ਪ੍ਰੋਟੈਸਟ ਕਰੇ। ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਦੇਸ਼ ਦੇ ਹਿੱਤ ਦੇ ਲਈ ਕੰਮ ਕਰਨ, ਲੋਕ ਆਪਣੀਆਂ ਜਾਨਾਂ ਨੂੰ ਤੁਹਾਡੇ ਦੇਸ਼ ਤੇ ਨਿਸ਼ਾਵਰ ਕਰਨ, ਤਾਂ ਤੁਹਾਨੂੰ ਉਹਨਾਂ ਨੂੰ ਕੋਈ ਇਨਸੈਂਟਿਵ ਦੇਣਾ ਪਊਗਾ। ਕਲੀਅਰ ਕੱਟ ਕੋਈ ਪਲਾਨ ਨਹੀਂ ਹੈ ਐਨਪੀਐਸ ਦਾ ਕਿ ਐਵੇਂ ਹੋਊਗਾ ਤੇ ਤੁਸੀਂ ਚਿੰਤਾ ਨਾ ਕਰੋ ਕਿ ਤੁਸੀਂ ਸਾਡੇ EMPLOYEES ਹੋ, ਅਸੀਂ ਤੁਹਾਡੀ ਸਿਕਿਉਰਿਟੀ ਦੇਖਾਂਗੇ। ਪਰ ਉਹ ਕੀ ਗੱਲ ਹੈ, ਆਪਦੀ ਜ਼ਿੰਮੇਵਾਰੀ ਤੋਂ ਤਾਂ ਲੱਤ ਚੱਕ ਗਈ, ਪਰ EMPLOYEES ਨੂੰ ਉਹ ਬਿਲਕੁਲ ਦਲਦਲ ਦੇ ਵਿੱਚ ਫਸਾ ਕੇ ਰੱਖ ਗਈ ਕਿ ਉਹਨਾਂ ਨੂੰ ਐ ਲੱਗਦਾ ਕਿ ਜੇ ਤਾਂ ਅਸੀਂ ਜ਼ਿਆਦਾ ਪ੍ਰੋਟੈਸਟ ਕਰਦੇ ਤਾਂ ਨੌਕਰੀ ਤੋਂ ਹੱਥ ਗਵਾਉਂਦੇ ਹਾਂ, ਜੇ ਅਸੀਂ ਨਹੀਂ ਕਰਦੇ ਹੈਗੇ ਤਾਂ ਸਾਡਾ ਜਿਹੜਾ ਫਿਊਚਰ ਹੈ ਫॉर ਵਿਚ ਵੀ ਆਰ ਟਰਾਈ, ਮਤਲਬ ਜਿਹੜੇ ਕਰਕੇ ਅਸੀਂ ਨੌਕਰੀ ਕਰ ਰਹੇ ਹਾਂ ਉਹ ਬਰਬਾਦ ਹੈਗਾ ਸਾਡਾ। ਕਰਮਚਾਰੀ ਏਕਤਾ ਜ਼ਿੰਦਾਬਾਦ। ਤੁਸੀਂ ਜੰਗ ਤੇ ਜਾ ਰਹੇ ਹੋ ਆਪਦੇ ਦੇਸ਼ ਦੇ ਲਈ, ਤੁਸੀਂ ਉਹ ਜੰਗ ਜਿੱਤ ਕੇ ਵਾਪਸ ਆਉਣੀ ਹੈ ਤੇ ਅਸੀਂ ਆਏ ਵੀ ਹੈਗੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ 'ਚ ਬੈਠੇ ਦਾ ਪੰਜਾਬ ਟਾਕ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਫਤਿਹ ਸਿੰਘ ਤੇ ਅੱਜ ਆਪਾਂ ਪਹੁੰਚ ਚੁੱਕੇ ਨੇ ਚੰਡੀਗੜ੍ਹ ਦੇ ਸੈਕਟਰ 17 ਦੇ ਪਲਾਜ਼ਾ ਦੇ ਵਿੱਚ, ਜਿੱਥੇ ਕਿ ਤੁਸੀਂ ਮੇਰੇ ਬੈਕ ਸਾਈਡ ਦੇ ਵਿੱਚ ਦੇਖ ਸਕਦੇ ਹੋ ਕਿ ਸਰਕਾਰੀ ਕਰਮਚਾਰੀਆਂ ਦਾ ਪੈਨਸ਼ਨ ਦੇ ਸੰਬੰਧ ਨੂੰ ਲੈ ਕੇ ਕੁਝ ਮੋਰਚਾ ਚੱਲਦਾ ਪਿਆ ਵਾ ਤੇ ਆਪਾਂ ਇਹਨਾਂ ਪ੍ਰੋਟੈਸਟਾਂ 'ਚੋਂ ਕੁਝ ਮੈਂਬਰਸ ਤੋਂ ਪੁੱਛਦੇ ਹਾਂ ਕਿ ਕੀ ਵਿਸ਼ੇ ਦੇ ਵਿੱਚ, ਕਿਹੜੇ ਵਿਸ਼ੇ ਦੇ ਕਰਕੇ ਇਹ ਧਰਨੇ ਦੇ ਵਿੱਚ ਬੈਠੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਇਹਦੀ ਡੂੰਘਾਈ ਦੇ ਵਿੱਚ ਜਾਣਦੇ ਹਾਂ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵੀਰ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡਾ ਇੰਟਰੋਡਕਸ਼ਨ ਥੋੜ੍ਹਾ ਜਿਹਾ ਜ਼ਿਕਰ ਤੁਸੀਂ ਸਾਡੇ ਵਿਊਵਰਸ ਨੂੰ ਦੇ ਸਕੋ। ਮੇਰਾ ਨਾਮ ਮਨਜਨੀਕ ਹੈ, ਮੈਂ PGI ਨਰਸਿੰਗ ਵੈਲਫੇਅਰ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਹੈਗੀ ਹਾਂ। ਤੇ ਇਸ ਪ੍ਰੋਟੈਸਟ ਦੇ ਵਿੱਚ ਆਪਾਂ ਤੁਹਾਨੂੰ ਦੇਖਿਆ, ਤੁਸੀਂ ਵੀ ਨਾਅਰੇ ਲਾ ਰਹੇ ਸੀਗੇ। ਤੁਸੀਂ ਕਿਹਾ ਵੀ ਪੁਰਾਣੀ ਪੈਨਸ਼ਨ ਬਹਾਲ ਕਰੋ। ਪੁਰਾਣੀ ਪੈਨਸ਼ਨ ਦੇ ਵਿੱਚ ਇੱਦਾਂ ਦਾ ਕੀ ਸੀਗਾ ਤੇ ਨਵੀਂ ਪੈਨਸ਼ਨ ਦੇ ਬਾਰੇ ਮਤਲਬ ਕਿਹੜੀ ਤੁਹਾਨੂੰ ਪ੍ਰੋਬਲਮ ਆ ਉਹਦੇ ਕਰਕੇ ਜਿਹਦੇ ਕਰਕੇ ਤੁਸੀਂ ਵਿਰੋਧ ਦੇ ਵਿੱਚ ਹੋ? ਜਿਹੜਾ OPS ਸੀ, ਜਿਹਨੂੰ ਆਪਾਂ ਕਹਿੰਦੇ ਆ ਓਲਡ ਪੈਨਸ਼ਨ ਸਕੀਮ, ਉਹ ਜਿਹੜੀ ਉਹ ਗਵਰਨਮੈਂਟ ਦੀ ਇੱਕ ਸਿਕਿਉਰਿਟੀ ਸੀ। ਉਹਦੇ ਨਾਲ ਇਹ ਸੀ ਕਿ ਗਵਰਨਮੈਂਟ ਇਨਸ਼ੋਰ ਕਰਦੀ ਸੀ ਕਿ ਆਫਟਰ ਰਿਟਾਇਰਮੈਂਟ ਯੂ ਵਿਲ ਗੈਟ ਅ ਮਿਨੀਮਮ ਅਮਾਊਂਟ ਐਵਰੀ ਮੰਥ, ਕਿ ਤੁਹਾਡਾ ਫਿਊਚਰ ਜਿਹੜਾ ਜਿੰਨੇ ਵੀ ਸਾਲ ਤੁਸੀਂ ਜਿਓਗੇ ਉਹ ਸਿਕਿਉਰਡ ਰਹਿੰਦਾ ਸੀ। ਤੁਹਾਡੀ ਜਿਹੜੀ ਵੀ ਲਿਵਲੀਹੁੱਡ ਹੈ, ਜਿੰਨੇ ਵੀ ਖਰਚੇ ਹੈ, ਉਹਨੂੰ ਉਹ ਮਤਲਬ ਕਵਰ ਅਪ ਕਰ ਲੈਂਦੀ ਸੀ। ਜਿਹੜੇ ਖਾਸ ਕਰ ਨਿਊ ਪੈਨਸ਼ਨ ਸਕੀਮ ਹੈ, ਇਹਦੇ 'ਚ ਕੀ ਹੈ ਕਿ ਗਵਰਨਮੈਂਟ ਵੱਲੋਂ ਕੋਈ ਅਸ਼ੋਰਟੀ ਨਹੀਂ ਗੀ। ਗਵਰਨਮੈਂਟ ਕੀ ਕਰਦੀ ਹੈ ਕਿ ਤੁਹਾਡਾ ਪੈਸਾ ਤਾਂ ਉਵੇਂ ਹੀ ਕੱਟੀ ਜਾਂਦਾ ਹਰ ਮਹੀਨੇ, ਪਰ ਐਂਡ ਦੇ ਵਿੱਚ ਕੀ ਹੈ ਕਿ ਤੁਹਾਨੂੰ ਇੱਕ ਵਾਰੀ ਪੈਸਾ ਦੇ ਦਿੱਤਾ ਜਾਂਦਾ, ਉਹਦੇ 'ਚੋਂ ਅੱਧਾ ਪੈਸਾ ਤੁਸੀਂ ਉਦੋਂ ਕੈਸ਼ ਇਨ ਹੈਂਡ ਲੈ ਸਕਦੇ ਹੋ, ਅੱਧਾ ਜਿਹੜਾ ਉਹ ਪ੍ਰਾਈਵੇਟ ਕੰਪਨੀ ਕਿਸੇ ਤੋਂ ਇੰਸ਼ੋਰੈਂਸ ਲੈ ਸਕਦੇ ਹੋ। ਹੁਣ ਐਕਚੁਅਲੀ ਇਹਦੇ 'ਚ ਦਿੱਕਤ ਕੀ ਹੈ? ਦਿੱਕਤ ਇਹ ਹੈ ਕਿ ਤੁਹਾਨੂੰ ਵੀ ਪਤਾ ਹੈ ਜਦੋਂ ਖਾਸ ਕਰ ਸਰਕਾਰੀ ਤੰਤਰ ਹੁੰਦਾ, ਸਾਡਾ ਭਰੋਸਾ ਹੁੰਦਾ ਉਹਦੇ ਤੇ, ਕਿਉਂਕਿ ਸਰਕਾਰ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਆਪਦੀ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੀ ਇੰਨੀ ਛੇਤੀ। ਪਰ ਜਦੋਂ ਅਸੀਂ ਪ੍ਰਾਈਵੇਟ ਕੰਪਨੀਆਂ ਨੂੰ ਉਹਦੇ 'ਚ ਇਨਵੋਲਵ ਕਰ ਲੈਂਦੇ ਹਾਂ ਤਾਂ ਜਿਹੜਾ ਅਸੀਂ ਆਪਦਾ ਫਿਊਚਰ ਹੈ ਉਹਦੇ ਵਿੱਚ ਜਿਹੜੀ ਉਹ ਸਿਕਿਉਰਿਟੀ ਹੈ ਉਹਨੂੰ ਗਵਾ ਬੈਠਦੇ ਆ। ਤਾਂ ਬੇਸਿਕਲੀ ਸਾਡਾ ਰੋਸਾ ਇਹੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਜਦੋਂ ਸਰਵਿਸਿਜ਼ ਦੇ ਰਹੇ ਹਾਂ, ਅਸੀਂ 33 ਸਾਲ 30 ਸਾਲ 25 ਸਾਲ ਤੋਂ ਲੈ ਕੇ ਆਪਦੇ ਜਿਹੜੇ ਡਾਇਮੰਡ ਈਅਰਸ ਨੇ, 골ਡਨ ਈਅਰਸ ਜਿਹਨੂੰ ਕਹੀ ਜਾਂਦੇ ਆ, ਉਹ ਅਸੀਂ ਇਸ ਦੇਸ਼ ਦੇ ਖਾਤੇ ਲਾ ਰਹੇ ਹੈਗੇ ਆ। ਤਾਂ ਜਿਹੜਾ ਸਾਡਾ ਬੁਢਾਪਾ ਹੈਗਾ ਉਹ ਸਰਕਾਰ ਉਹਦੀ ਇੰਸ਼ੋਰਿਟੀ, ਸਾਡਾ ਬੁਢਾਪਾ ਬਹੁਤ ਵਧੀਆ ਤਰੀਕੇ ਨਾਲ ਇਸੇ ਦੇਸ਼ ਦੇ ਇਸੇ ਧਰਤੀ ਦੇ ਉੱਤੇ ਕੱਟੇ, ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਸਿੱਧੇ ਰੂਪ ਵਿੱਚ ਲਵੇ, ਨਾ ਕਿ ਉਹ ਪ੍ਰਾਈਵੇਟ ਕੰਪਨੀਆਂ ਦੇ ਹੱਥ ਵਿੱਚ। ਤੇ ਜਿਹੜੀ ਨਵੀਂ ਪੈਨਸ਼ਨ ਦੀ ਪਾਲਿਸੀ ਆ, ਇਹ ਕਦੋਂ ਸਰਕਾਰ ਨੇ ਇੰਟਰੋਡਿਊਸ ਕੀਤੀ? ਤੁਹਾਨੂੰ ਇਹਦੀ ਕਦੋਂ ਜਾਗ ਲੱਗੀ ਤੇ ਇਸ ਤੋਂ ਪਹਿਲਾਂ ਤੁਸੀਂ ਕਦੇ ਪ੍ਰੋਟੈਸਟ ਕੀਤਾ ਜਾਂ ਤੁਹਾਡਾ ਪਹਿਲੀ ਵਾਰ ਇੱਥੇ ਪ੍ਰੋਟੈਸਟ ਆ? ਇਹ ਵੈਸੇ 2008 ਤੋਂ ਲਾਗੂ ਹੈਗੀ ਹੈ। ਸ਼ੁਰੂ 'ਚ ਐਵੇਂ ਸੀਗਾ ਕਿ ਸ਼ੁਰੂ 'ਚ ਸਭ ਨੂੰ ਐ ਹੁੰਦਾ ਕਿਉਂਕਿ ਗਵਰਨਮੈਂਟ EMPLOYEES ਹੈ ਕਿ ਕੁਝ ਨਵਾਂ ਆ ਰਿਹਾ, ਬਟ ਇਹਦੀਆਂ ਐਗਜ਼ੀਕਿਊਸ਼ਨਸ ਦੇਖਣ ਤੋਂ ਬਾਅਦ ਹੁਣ ਤੇ ਲਗਭਗ ਹੋ ਗਏ ਇਹ 5-6 ਸਾਲ ਜਦੋਂ ਲੋਕ ਪ੍ਰੋਟੈਸਟ ਕਰ ਰਹੇ ਨੇ ਇਸ ਸਕੀਮ ਦੇ। ਇਹਦੇ 'ਚ ਪਹਿਲਾਂ ਹੁੰਦਾ ਸੀ ਕਿ ਪੁਰਾਣਾ ਜਦੋਂ ਅਸੀਂ ਮੰਨ ਲਓ ਕੋਈ ਰਿਜ਼ਾਈਨ ਵੀ ਕਰਦਾ ਗਵਰਨਮੈਂਟ ਜੌਬ ਤੋਂ ਤਾਂ ਉਹਨੂੰ ਇੱਕ ਵੈਲਫੇਅਰ ਅਮਾਊਂਟ ਮਿਲ ਜਾਂਦਾ ਸੀ ਇਨ ਹੈਂਡ ਰਿਜ਼ਾਈਨ ਕਰਨ ਤੋਂ ਬਾਅਦ ਵਿੱਚ। ਉਸ ਤੋਂ ਬਾਅਦ ਵਿੱਚ ਜੇ ਬਾਕੀ ਜਿਹੜਾ ਰਹਿ ਗਿਆ ਪੈਨਸ਼ਨ ਵਾਲਾ ਖਾਤੇ 'ਚ ਰਹਿ ਗਿਆ, ਉਹ 60 ਸਾਲ ਤੋਂ ਬਾਅਦ ਬਾਹਰੋਂ ਅਗਰ ਉਹ ਬਾਹਰ ਵੀ ਚਲਾ ਗਿਆ ਉਹ ਕਲੇਮ ਕਰ ਸਕਦਾ ਸੀ। ਪਰ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਇੰਨਾ ਝੋਲਾ ਹੈ, ਨਾ ਤਾਂ ਗਵਰਨਮੈਂਟ ਨੂੰ ਪਤਾ ਉਹਨੇ ਕਿੰਨਾ ਸ਼ੇਅਰ ਪਾਉਣਾ, ਨਾ EMPLOYEE ਨੂੰ ਪਤਾ ਉਹਦਾ ਕਿੰਨਾ ਪੈ ਗਿਆ। ਠੀਕ ਹੈ, ਨਾ ਉਹਨੂੰ ਇਹ ਪਤਾ ਕਿ ਜੇ ਉਹ ਰਿਜ਼ਾਈਨ ਕਰਦਾ ਉਹਨੂੰ ਕਿੰਨਾ ਮਿਲੂਗਾ ਐਟ ਦ ਰਿਟਾਇਰਮੈਂਟ। ਇਹਨਾਂ ਕੋਲੇ ਕੋਈ ਪਲਾਨ ਨਹੀਂਗਾ ਕਿਵੇਂ ਉਹ ਐਗਜ਼ੀਕਿਊਟ ਕਰਨਗੇ, ਕਿਉਂਕਿ ਅਜੇ ਤੱਕ ਉਹ ਜਿਹੜੀ ਏਜ ਆ 2008 ਵਾਲੀ ਉਹ ਰਿਟਾਇਰਮੈਂਟ ਤੇ ਨਹੀਂ ਪਹੁੰਚੀ। ਇਹ ਸਾਰਾ ਉਹ ਹੈ ਕਿ ਵਿਦਆਊਟ ਅ ਪਲਾਨ
ਜਸਟ ਦੇ ਕੀ ਹੈ ਆਪਦੀ ਜ਼ਿੰਮੇਵਾਰੀ ਤੋਂ ਭੱਜ ਗਈ ਸਰਕਾਰ। ਉਹਨੇ ਕੋਈ ਪਲਾਨ ਨਹੀਂ ਲਾਂਚ ਕੀਤਾ, ਕਲੀਅਰ ਕੱਟ ਕੋਈ ਪਲਾਨ ਨਹੀਂ ਹੈ NPS ਦਾ ਕਿ ਐਵੇਂ ਹੋਊਗਾ ਤੇ ਤੁਸੀਂ ਚਿੰਤਾ ਨਾ ਕਰੋ ਕਿ ਤੁਸੀਂ ਸਾਡੇ EMPLOYEES ਹੋ, ਅਸੀਂ ਤੁਹਾਡੀ ਸਿਕਿਉਰਿਟੀ ਦੇਖਾਂਗੇ। ਪਰ ਉਹ ਕੀ ਗੱਲ ਹੈ, ਆਪਦੀ ਜ਼ਿੰਮੇਵਾਰੀ ਤੋਂ ਤਾਂ ਲੱਤ ਚੱਕ ਗਈ, ਪਰ EMPLOYEES ਨੂੰ ਉਹ ਬਿਲਕੁਲ ਦਲਦਲ ਦੇ ਵਿੱਚ ਫਸਾ ਕੇ ਰੱਖ ਗਈ ਕਿ ਉਹਨਾਂ ਨੂੰ ਐ ਲੱਗਦਾ ਕਿ ਜੇ ਤਾਂ ਅਸੀਂ ਜ਼ਿਆਦਾ ਪ੍ਰੋਟੈਸਟ ਕਰਦੇ ਹਾਂ ਤਾਂ ਨੌਕਰੀ ਤੋਂ ਹੱਥ ਗਵਾਉਂਦੇ ਹਾਂ, ਜੇ ਅਸੀਂ ਨਹੀਂ ਕਰਦੇ ਹੈਗੇ ਤਾਂ ਸਾਡਾ ਜਿਹੜਾ ਫਿਊਚਰ ਹੈ ਫॉर ਵਿਚ ਵੀ ਆਰ ਟਰਾਈ, ਮਤਲਬ ਜਿਹੜੇ ਕਰਕੇ ਅਸੀਂ ਨੌਕਰੀ ਕਰ ਰਹੇ ਹਾਂ ਉਹ ਬਰਬਾਦ ਹੈਗਾ ਸਾਡਾ। ਹਾਂਜੀ, ਤੇ ਇਹ ਜਿਹੜੇ ਪ੍ਰੋਟੈਸਟਰਸ ਨੇ ਤੁਹਾਡੇ 100% ਰਿਪਰੈਜ਼ੈਂਟੇਸ਼ਨ ਤਾਂ ਨਹੀਂ ਹੋਣਗੇ, ਜ਼ਾਹਿਰ ਜੀ ਗੱਲ ਆ। ਕਈ ਤੁਹਾਡੇ ਚੋਂ ਇਵੇਂ ਦੇ ਵੀ ਹੋਣਗੇ ਜਿਹੜੇ ਕਿ ਇਸ ਮੋਸ਼ਨ ਨੂੰ ਸਪੋਰਟ ਕਰਦੇ ਆ, ਉਹਨਾਂ ਦੇ ਸਪੋਰਟ ਦੇ ਪੁਆਇੰਟਸ ਕੀ ਆ ਤੇ ਤੁਸੀਂ ਉਹਨਾਂ ਨੂੰ ਕਿੱਦਾਂ ਕੱਟਦੇ ਹੋ? ਦੇਖੋ ਐਵੇਂ ਨਹੀਂਗਾ NPS ਦੀ ਮੂਵਮੈਂਟਸ ਅਗਰ ਤਾਂ ਜਿਵੇਂ ਸੈਂਟਰਲ ਗਵਰਨਮੈਂਟ ਇੰਸਟੀਟਿਊਸ਼ਨਸ ਨੇ, ਸਟੇਟ ਗਵਰਨਮੈਂਟਸ ਨੇ, ਕਈਆਂ 'ਚ ਤਾਂ ਬਹੁਤ ਵਧੀਆ ਉਵੇਂ ਆਪੋਜੀਸ਼ਨ ਹੀ ਹੈ ਕਿ NPS ਲੋਕ ਚਾਹੁੰਦੇ ਹੀ ਨਹੀਂਗੇ ਆਪੋਜੀਸ਼ਨ। ਜਿੱਥੇ ਜ਼ਿਆਦਾ ਉਹ ਆਉਂਦਾ, ਜਿੱਥੇ ਆਉਂਦਾ ਜਿਹੜੇ ਇੰਸਟੀਟਿਊਸ਼ਨ ਆਟੋਨੋਮਸ ਨੇ, ਜਿਨ੍ਹਾਂ ਦੇ ਪੇ ਦੇ ਵਿੱਚੋਂ ਜਾਂ ਫਿਰ ਇੰਸਟੀਟਿਊਸ਼ਨ ਦੀ ਜਿਹੜਾ ਇਕਨੋਮਿਕ ਜਨਰੇਸ਼ਨ ਹੈਗੀ ਆ ਉਹਦੇ 'ਚੋਂ ਪੇ ਬਣਨੀ ਹੈ, ਉੱਥੇ ਥੋੜਾ ਆਬਜੈਕਸ਼ਨ ਇਸੇ ਗੱਲ ਦਾ ਆਉਂਦਾ ਕਿ ਜਿਵੇਂ ਜੇ ਸਾਰੇ OPS ਚਾਹਣਗੇ ਕਿ ਪੇ ਇੰਸਟੀਟਿਊਸ਼ਨ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਮਨੀ ਆ ਉਹ ਵੀ ਇੰਸਟੀਟਿਊਸ਼ਨ ਹੀ ਜਨਰੇਟ ਕਰ ਰਿਹਾ, ਤਾਂ ਜਿੱਥੇ ਜੇ ਇੰਸਟੀਟਿਊਸ਼ਨ ਮੰਨ ਲਓ 2 ਲੱਖ ਜਨਰੇਟ ਕਰ ਰਿਹਾ ਹੈਗਾ ਤੇ ਉਹਦੇ EMPLOYEE 20 ਨੇ ਤਾਂ ਉਹਨਾਂ ਨੂੰ ਸ਼ੇਅਰ ਜ਼ਿਆਦਾ ਮਿਲੂਗਾ। ਜੇ ਉੱਥੇ ਹੀ OPS ਦੇ ਵਿੱਚੋਂ ਜਿਵੇਂ ਜਿਹੜੇ 40 NPS ਵਾਲੇ ਉਹਨੂੰ ਵੀ ਜੋੜ ਦਈਏ ਤਾਂ 60 ਹੋ ਜਾਣਗੇ, ਤਾਂ ਉਹ 2 ਲੱਖ 60 'ਚ ਵੰਡਿਆ ਜਾਊਗਾ, ਤਾਂ ਉਹ ਆਬਜੈਕਟ ਕਰ ਰਹੇ ਨੇ। ਬੇਸਿਕਲੀ ਇਹ ਹੋਰ ਕੁਝ ਨਹੀਂਗਾ, ਜੇ ਗਵਰਨਮੈਂਟ ਫੰਡਡ ਸਕੀਮ ਆਉਂਦੀ ਹੈ ਤਾਂ ਮੈਨੂੰ ਲੱਗਦਾ ਮਤਲਬ ਸਾਰੇ ਜਣੇ ਜਿਹੜੇ ਹੈਗੇ ਉਹਦੇ ਹੱਕ 'ਚ ਹੀ ਭੁਗਤਣਗੇ। ਤੁਸੀਂ ਮੈਡੀਕਲ ਫੀਲਡ ਤੋਂ ਰਿਲੇਟ ਕਰ ਸਕਦੇ ਹੋ, ਹੈ ਨਾ? ਤੁਸੀਂ ਜਦੋਂ ਮਤਲਬ ਕੋਰੋਨਾ ਦਾ ਟਾਈਮ ਆਇਆ ਸੀਗਾ ਉਦੋਂ ਮੈਡੀਕਲ ਫਰੰਟੀਅਰ ਜਿਹੜੇ ਸੀਗੇ ਉਹਨੂੰ ਆਪਾਂ ਕੋਰੋਨਾ ਵਾਰੀਅਰਸ ਕਹਿ ਕੇ ਮਤਲਬ ਐਂਟਾਈਟਲ ਕੀਤਾ ਸੀਗਾ ਸਾਡੀ ਸੈਂਟਰ ਸਰਕਾਰ ਨੇ। ਤੇ ਉਹਦੇ ਬਾਅਦ ਫਿਰ ਇਹੋ ਜਿਹਾ ਬਿਹੇਵੀਅਰ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਤੇ ਤੁਹਾਡੇ ਜਿਹੜੇ ਇਸ਼ੂਜ਼ ਨੇ ਬੀਇੰਗ ਰਿਲੇਟਡ ਟੂ ਅ ਮੈਡੀਕਲ ਫੀਲਡ, ਤੁਹਾਡੇ ਕਿਹੜੇ ਇਸ਼ੂਜ਼ ਨੇ? ਤੁਹਾਡਾ ਕੀ ਮਤਲਬ ਸੁਨੇਹਾ ਵਾ ਸਰਕਾਰ ਨੂੰ? ਦੇਖੋ ਇਹ ਬਿਲਕੁਲ ਸਹੀ ਗੱਲ ਹੈ ਕਿ ਪਿਛਲਾ ਦੌਰ ਜਿਹੜਾ ਮਹਾਮਾਰੀ ਦਾ ਆਪਾਂ ਕੱਢਿਆ ਹੈਗਾ, ਇਹਦੇ 'ਚ ਮੈਡੀਕਲ ਜਿਹੜੇ ਜਿੰਨੇ ਵੀ ਕਰਮਚਾਰੀ ਸੀਗੇ ਉਹਨਾਂ ਨੂੰ ਕੋਰੋਨਾ ਵਾਰੀਅਰਸ ਕਿਹਾ ਗਿਆ ਸੀ। ਉਹਨਾਂ ਨੂੰ ਇਹ ਕਿਹਾ ਗਿਆ ਸੀ ਯੂ ਆਰ ਗੋਇੰਗ ਔਨ ਅ ਵਾਰ, ਤੁਸੀਂ ਜੰਗ ਤੇ ਜਾ ਰਹੇ ਹੋ ਆਪਦੇ ਦੇਸ਼ ਦੇ ਲਈ, ਤੁਸੀਂ ਉਹ ਜੰਗ ਜਿੱਤ ਕੇ ਵਾਪਸ ਆਉਣੀ ਹੈ ਤੇ ਅਸੀਂ ਆਏ ਵੀ ਹੈਗੇ ਆ। ਉਹ ਇਹੋ ਜਿਹੇ ਵਾਰੀਅਰ ਸੀਗੇ, ਉਹ ਇਹੋ ਜਿਹੇ ਯੋਧਾ ਸੀ ਜਿਹੜੇ ਜੰਗ ਜਿੱਤ ਕੇ ਤੇ ਵਾਪਸ ਆ ਗਏ, ਪਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ। ਉਹ ਖਾਲੀ ਹੱਥ ਗਏ ਸੀ, ਆਪਦਾ ਆਪ ਦੇ ਕੇ ਆਪਦਾ ਸਰੀਰ ਵੀ ਉਹਨਾਂ ਨੇ ਦਾਨ ਤੇ ਰੱਖਿਆ ਸੀ ਉਸ ਟਾਈਮ ਦੇ ਉੱਤੇ, ਪਰ ਉਹ ਖਾਲੀ ਹੱਥ ਹੀ ਵਾਪਸ ਆਏ ਹੈਗੇ ਨੇ। ਤਾਂ ਇਸ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਦੇਸ਼ ਦੇ ਹਿੱਤ ਦੇ ਲਈ ਕੰਮ ਕਰਨ, ਲੋਕ ਆਪਣੀਆਂ ਜਾਨਾਂ ਨੂੰ ਤੁਹਾਡੇ ਦੇਸ਼ ਤੇ ਨਿਸ਼ਾਵਰ ਕਰਨ, ਤਾਂ ਤੁਹਾਨੂੰ ਉਹਨਾਂ ਨੂੰ ਕੋਈ ਇਨਸੈਂਟਿਵ ਦੇਣਾ ਪਊਗਾ। ਤੁਸੀਂ ਇਹ ਨਹੀਂਗਾ ਕਿ ਤੁਸੀਂ ਹਰ ਵਾਰੀ ਉਹਨਾਂ ਦੇ ਹੱਕਾਂ ਤੇ ਡਾਕਾ ਮਾਰੋਗੇ, ਭਾਵੇਂ NPS ਲੈ ਕੇ ਆਉਂਦੇ ਨੇ, ਭਾਵੇਂ ਬੋਨਸ ਕਟਿੰਗਸ ਲੈ ਕੇ ਆਉਂਦੇ ਨੇ, ਵੀ ਅਲੱਗ-ਅਲੱਗ ਬੋਨਸਾਂ ਤੇ ਜਿਹੜੇ ਕਾਟੇ ਮਾਰੇ ਜਾਂਦੇ ਨੇ। ਤਾਂ ਮੈਨੂੰ ਲੱਗਦਾ ਕਿ ਜਿੰਨਾ ਤੱਕ ਇਹ ਚੀਜ਼ਾਂ ਰਹਿਣਗੀਆਂ ਅਸੀਂ ਰਿਲੇਟ ਹੀ ਨਹੀਂ ਕਰ ਪਾਉਂਦੇ। ਸਾਨੂੰ ਇਹ ਲੱਗਦਾ ਫੋਰਨ ਇਜ਼ ਅ ਬੈਟਰ ਆਪਸ਼ਨ, ਬਾਹਰ ਜਾਣਾ ਚੰਗੀ ਹੈ। ਜਦੋਂ ਤੁਸੀਂ ਦੇਸ਼ ਦੇ ਨਾਲ, ਜਦੋਂ ਜਿਹੜਾ ਬੰਦਾ ਇੱਥੇ ਰਹਿਣਾ ਚਾਹੁੰਦਾ ਉਹਦੇ ਹੱਕਾਂ ਤੇ ਡਾਕਾ ਮਾਰੋਗੇ ਤਾਂ ਲੋਕ ਇੱਥੇ ਰਹਿਣਗੇ ਕਿਉਂ? ਤਾਂ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਕਿ ਕਮ ਸੇ ਕਮ ਜਿਹੜੇ ਇੱਥੇ ਰਹਿਣਾ ਚਾਹੁੰਦੇ ਨੇ ਉਹਨਾਂ ਦੀ ਨੌਕਰੀਆਂ ਹੋਣ, ਨੌਕਰੀਆਂ ਤੋਂ ਬਾਅਦ ਵਿੱਚ ਕਮ ਸੇ ਕਮ ਇਹ ਸਿਕਿਉਰਿਟੀ ਹੋਵੇ ਕਿ ਉਹਨਾਂ ਦਾ ਬੁਢਾਪਾ ਜਿਹੜਾ ਹੈਗਾ ਉਹ ਐਵੇਂ ਰੁਲੇ ਨਾ। ਉਹਨਾਂ ਦੇ ਬੁਢਾਪੇ ਦੀ ਅਸ਼ੋਰਟੀ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਇਕਨੋਮਿਕ ਸਿਕਿਉਰਿਟੀ ਦੇ ਨਾਲ ਸੋਸ਼ਲ ਸਿਕਿਉਰਿਟੀ ਜਿਹੜੀ ਆ ਉਹਦੀ ਇੰਸ਼ੋਰ ਕਰਨਾ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਕੋਈ ਐਕਸਟਰਾ ਕੰਮ ਨਹੀਂ ਕਰ ਰਹੀ ਗਵਰਨਮੈਂਟ, ਤੇ ਉਹਨੂੰ ਇਹ ਕਰਨਾ ਚਾਹੀਦਾ। ਤੁਹਾਡੇ ਸਾਥੀਆਂ ਤੋਂ ਬਹੁਤ ਸਾਰੇ ਸ਼ਾਇਦ ਇੱਥੇ ਨਰਸਿੰਗ ਸਟਾਫ ਦੇ ਵੀ ਹੋਣਗੇ, ਸਾਨੂੰ ਸਾਰਿਆਂ ਨੂੰ ਪਤਾ ਕਿ ਨਰਸਿੰਗ ਦਾ ਕੰਮ ਕਿੰਨਾ ਔਖਾ ਆ, ਤੇ ਉਹਦੇ ਨਾਲ ਤੁਸੀਂ ਪ੍ਰੋਟੈਸਟ ਦੇ ਵਿੱਚ ਵੀ ਆਪਣੇ ਆਪ ਦੀ ਰਿਪਰੈਜ਼ੈਂਟੇਸ਼ਨ ਬਣਾ ਰਹੇ ਹੋ, ਕਿੰਨਾ ਔਖਾ ਆ ਤੁਹਾਡੇ ਲਈ? ਦੇਖੋ ਇਹ ਤੇ ਉਹ ਹੁੰਦਾ ਨਾ, ਗਲੇ ਪਿਆ ਢੋਲ ਜਿਹੜਾ ਉਹ ਵਜਾਉਣਾ ਹੀ ਪੈਂਦਾ, ਠੀਕ ਹੈ। ਕਿਸੇ ਦਾ ਜੀ ਨਹੀਂ ਕਰਦਾ ਕਿ ਨੌਕਰੀ ਕਰਕੇ ਤੇ ਉਹ ਐਵੇਂ ਪ੍ਰੋਟੈਸਟ ਕਰੇ। ਜਦੋਂ ਹਾਲਾਤ ਐਵੇਂ ਦੇ ਹੋ ਜਾਣ, ਜਦੋਂ ਤੁਹਾਨੂੰ ਐਂ ਲੱਗੇ ਕਿ ਕੁਝ ਵੀ ਜਿਹੜਾ ਹੈਗਾ, ਹਰ ਚੀਜ਼ ਜਿਹੜੀ ਉਹ ਸਟੇਕ ਤੇ ਪਈ ਹੈ, ਹਰ ਚੀਜ਼ ਜਿਹੜੀ ਹੈ ਤੁਹਾਨੂੰ ਲੜ ਕੇ ਹੀ ਲੈਣੀ ਪੈਣੀ ਹੈ, ਤਾਂ ਤੁਹਾਨੂੰ ਮੈਦਾਨਾਂ ਤੇ ਆਉਣਾ ਹੀ ਪੈਂਦਾ। ਤੇ ਕੋਈ ਆਪਸ਼ਨ ਨਹੀਂ ਗੀ, ਇਟਸ ਅ ਫੋਰਸਡ ਆਪਸ਼ਨ ਹੈ, ਧੱਕੇ ਨਾਲ ਸਾਨੂੰ ਲਿਆਂਦਾ ਗਿਆ। ਜੇ ਸਾਡੇ ਹੱਕਾਂ ਤੇ ਡਾਕੇ ਨਾ ਮਾਰਨ ਤੇ ਅਸੀਂ ਵੀ ਇੱਥੇ ਨਹੀਂ ਦਿਖਦੇ। ਤੁਸੀਂ ਕਹਿੰਦੇ ਹੋ ਇਹ ਫੋਰਸਡ ਆਪਸ਼ਨ ਹੈ, ਤੁਹਾਨੂੰ ਇੱਥੇ ਆਉਣਾ ਹੀ ਪਿਆ, ਤੇ ਜੇਕਰ ਤੁਹਾਡੀ ਡਿਮਾਂਡ ਨਹੀਂ ਪੂਰੀ ਕੀਤੀ ਜਾਂਦੀ ਹੈ ਫਿਰ ਤੁਹਾਡਾ ਨੈਕਸਟ ਸਟੈਪ ਕੀ ਹੋ ਸਕਦਾ? ਦੇਖੋ ਇਹ ਨੈਸ਼ਨਲ ਮੂਵਮੈਂਟ ਹੈ, ਇਹਦੇ ਅਲੱਗ-ਅਲੱਗ ਸਟੈਪ ਨੇ। ਇੱਕ ਹੁਣ ਚੱਲਦੀ ਹੈ ਜਿਹੜੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੋਂ ਕੰਨਿਆਕੁਮਾਰੀ ਯਾਤਰਾ ਚੱਲ ਰਹੀ ਹੈ। ਇਸ ਤੋਂ ਇਲਾਵਾ ਅਲੱਗ-ਅਲੱਗ ਪ੍ਰੋਟੈਸਟਸ ਐਂਡ ਮਤਲਬ ਇਹ ਹੈ ਕਿ ਸਟੇਟ ਲੈਵਲ ਦੇ ਪ੍ਰੋਟੈਸਟ, ਜਿਵੇਂ ਕਈ ਸਟੇਟਸ ਨੇ ਰੀਇਨਸਟੇਟ ਕੀਤਾ ਡਿਊ ਟੂ ਕਿ ਉਹਨਾਂ ਦੇ ਪ੍ਰੋਟੈਸਟ ਜਿਹੜੇ ਹੈ, ਉਹਨਾਂ ਦੇ ਕਰਮਚਾਰੀਆਂ ਦੇ ਪ੍ਰੋਟੈਸਟ ਬਹੁਤ ਵੱਧ ਗਏ ਸੀਗੇ। ਜਿਵੇਂ ਰਾਜਸਥਾਨ ਹੋ ਗਿਆ, ਛੱਤੀਸਗੜ੍ਹ, ਇਵਨ ਪੰਜਾਬ ਦੇ CM ਜਿਹੜੇ ਭਗਵੰਤ ਮਾਨ ਨੇ, ਉਹਨਾਂ ਨੇ ਵੀ ਕਿਹਾ ਵੀ ਅਸੀਂ ਦੁਬਾਰਾ OPS ਲਾਗੂ ਕਰਨ ਬਾਰੇ ਸੋਚਾਂਗੇ। ਤਾਂ ਓਬਵੀਅਸਲੀ ਕਰਮਚਾਰੀ ਜਿਹੜੇ ਹੈਗੇ ਉਹ ਦੁਖੀ ਹੈ, ਤਾਂ ਹੀ ਬੋਲ ਰਹੇ ਨੇ। ਤਾਂ ਉਹ ਪ੍ਰੋਟੈਸਟ ਜਿਹੜਾ ਉਹ ਦਿਨੋਂ ਦਿਨ ਵਧੂਗਾ ਹੀ। ਤਾਂ ਉਹ ਜਿਹੜੀ ਡਿਮਾਂਡ ਹੈ, ਕਿਉਂਕਿ ਡਿਮਾਂਡ ਕੋਈ ਅਨਜੈਨੂਇਨ ਡਿਮਾਂਡ ਨਹੀਂ ਗੀ, ਜਾਂ ਤਾਂ ਹੋਵੇ ਨਾ ਕਿ ਅਸੀਂ ਡਿਊਟੀ ਨਹੀਂ ਕਰ ਰਹੇ, ਅਸੀਂ ਡਿਊਟੀ ਕਰ ਰਹੇ ਹਾਂ ਤੇ ਅਸੀਂ ਆਪਦੇ ਰਾਈਟ ਕਲੇਮ ਕਰ ਰਹੇ ਹਾਂ। ਜਿਹੜਾ ਉਹ ਸਾਡਾ ਰਾਈਟ ਹੈ ਉਹ ਸਰਕਾਰ ਨੂੰ ਸਾਨੂੰ ਦੇਣਾ ਹੀ ਪਊਗਾ।
ਆਪਾਂ ਇੱਥੇ ਦੇਖਦੇ ਹਾਂ ਤੁਸੀਂ ਮਤਲਬ ਬਾਰ-ਬਾਰ ਕਿਹਾ ਸਾਡੇ ਸਾਥੀ ਕੰਨਿਆ ਕੁਮਾਰੀ ਕਸ਼ਮੀਰ ਯਾਤਰਾ, ਉਹਦੇ ਬਾਰੇ ਸਾਨੂੰ ਦੱਸੋ ਕੀ ਆ। ਇਹ ਇੱਕ ਯਾਤਰਾ ਸ਼ੁਰੂ ਕੀਤੀ ਗਈ ਹੈ ਟੂ ਐਨਪੀਐਸ ਦੀ ਨੈਸ਼ਨਲ ਮੂਵਮੈਂਟ ਨੂੰ ਕੰਸੋਲੀਡੇਟ ਕਰਨ ਦੇ ਲਈ, ਐਨਪੀਐਸ ਦੇ ਅਗੇਂਸਟ ਓਪੀਐਸ ਨੂੰ ਲਾਗੂ ਕਰਵਾਉਣ ਦੇ ਲਈ। ਇਹ ਜਿਹੜੀ 15-20 ਦਿਨ ਦੀ ਯਾਤਰਾ ਹੈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੋਂ ਸ਼ੁਰੂ ਹੋਈ ਸੀ, ਅੱਜ ਚੰਡੀਗੜ੍ਹ ਪਹੁੰਚੀ ਹੈ ਤੇ ਇਹਨੇ ਕੰਨਿਆ ਕੁਮਾਰੀ ਪਹੁੰਚਣਾ 18 ਤਰੀਕ ਨੂੰ। ਤੇ ਇਹਦੇ ਥਰੂ ਅਸੀਂ ਸਾਰੇ ਜਿਹੜੇ ਸਰਕਾਰੀ ਕਰਮਚਾਰੀ ਆ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਐਨਪੀਐਸ ਦੇ ਵਿਰੁੱਧ ਜਿਹੜੀ ਆਪਦੀ ਲੜਾਈ ਨੂੰ ਜਿਹੜਾ ਹੋਰ ਇਕਜੁੱਟਤਾ ਦੇ ਨਾਲ ਹੋਰ ਚੰਗੇ ਤਰੀਕੇ ਦੇ ਨਾਲ ਮੈਦਾਨ ਦੇ ਉੱਤੇ ਲੜੀਏ ਤੇ ਓਪੀਐਸ ਦੀ ਬਹਾਲੀ ਦੇ ਲਈ ਕੰਮ ਕਰੀਏ। ਤੇ ਤੁਹਾਡਾ ਆਖਰੀ ਸੁਨੇਹਾ ਸਰਕਾਰ ਨੂੰ ਤੇ ਸਾਡੇ ਦਰਸ਼ਕਾਂ ਨੂੰ ਜਿਹੜੇ ਦੇਖਦੇ ਨੇ ਤੁਹਾਡੇ ਮੈਸੇਜ ਨੂੰ ਸੁਣਦੇ ਪਏ ਨੇ। ਮਤਲਬ ਮੇਰਾ ਸਿਰਫ ਇਹੀ ਕਹਿਣਾ ਹੈ ਕਿ ਓਪੀਐਸ ਜਿਹੜਾ ਉਹ ਸਿਰਫ ਇਹ ਨਹੀਂਗਾ ਕਿ ਇਸ ਜਨਰੇਸ਼ਨ ਲਈ ਚੰਗਾ ਹੈ, ਇਹ ਆਉਣ ਵਾਲੀਆਂ ਜਨਰੇਸ਼ਨਾਂ ਦੇ ਲਈ ਚੰਗਾ ਹੈ। ਜਿਹੜਾ ਵੀ ਸਾਡਾ ਸਮਾਜ ਦਾ ਜਿਹੜਾ ਸਮਾਜ 'ਚ ਪੈਦਾ ਹੁੰਦਾ, ਸਾਡੇ ਘਰਾਂ ਦੇ ਅੰਦਰ ਗੱਲਾਂ ਚੱਲਦੀਆਂ ਨੇ ਕਿ ਜਦੋਂ ਸਰਕਾਰੀ ਨੌਕਰੀ ਮਿਲ ਜੇ ਸਾਡਾ ਫਿਊਚਰ ਸਿਕਿਉਰਡ ਹੈ। ਐਕਚੁਅਲੀ ਉਹ ਸਿਕਿਉਰਡ ਫਿਊਚਰ ਤੇ ਇਹ ਹਮਲਾ ਹੈ ਤੇ ਸਾਨੂੰ ਸਾਰਿਆਂ ਨੂੰ ਮੋਢੇ ਨਾਲ ਮੋਢਾ ਲੜਾ ਕੇ ਮਤਲਬ ਖੜਾ ਕਰ ਮੋਢੇ ਨਾਲ ਮੋਢਾ ਜੋੜ ਕੇ ਇਸ ਹਮਲੇ ਦਾ ਵਿਰੋਧ ਕਰਨਾ ਚਾਹੀਦਾ, ਭਾਵੇਂ ਅਸੀਂ ਘਰਾਂ 'ਚ ਬੈਠੇ ਹਾਂ, ਕਿਉਂਕਿ ਅੱਜ ਨਹੀਂ ਤਾਂ ਕੱਲ ਸਾਡੇ ਜਵਾਕਾਂ ਨੇ ਨੌਕਰੀਆਂ ਤੇ ਲੱਗਣਾ। ਮਤਲਬ ਉਹ ਹੈ ਕਿ ਜਨਰੇਸ਼ਨ ਵਾਈਜ਼ ਆ, ਜੇ ਅੱਜ ਅਸੀਂ ਨਹੀਂ ਰੋਕਾਂਗੇ ਤਾਂ ਇਹ ਪੀੜ੍ਹੀ ਦਰ ਪੀੜ੍ਹੀ ਜਿਹੜੀ ਹਰਾਸਮੈਂਟ ਆ ਜਾਂ ਜਿਹੜਾ ਇਹ ਡਾਕਾ ਇਹ ਵੱਜਦਾ ਰਹਿਣਾ। ਇਹ ਗੱਲ ਤਾਂ ਉਹਨਾਂ ਦੀ ਹੋਈ ਜਿਹੜੇ ਕਿ ਇਸ ਪ੍ਰੋਬਲਮ ਤੋਂ ਸਫਰ ਕਰਦੇ ਪਏ ਨੇ ਤੁਹਾਡੇ ਨਾਲ ਦੇ, ਪਰ ਡਿਗਨੇਟਰੀਜ਼ ਆ ਜਿਹੜੇ ਮਤਲਬ ਅਹੁਦੇ ਤੇ ਬੈਠੇ ਆ, ਉਹਨਾਂ ਨੇ ਮਤਲਬ ਤੁਹਾਡੇ ਇਸ ਪ੍ਰੋਟੈਸਟ ਨੂੰ ਸਪੋਰਟ ਕੀਤਾ ਹੈ ਜਾਂ ਨਹੀਂ ਕੀਤਾ ਹੈ, ਤੇ ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦਾ ਪੋਲੀਟੀਕਲ ਇੰਟੈਂਸ਼ਨ ਅੱਜ ਕੀ ਆ? ਦੇਖੋ, ਇਹਨਾਂ ਸਰਕਾਰਾਂ ਜਦੋਂ ਵੀ ਚਾਲਾਂ ਚੱਲਦੀਆਂ ਨੇ ਬਹੁਤ ਅਜੀਬ ਤਰੀਕੇ ਨਾਲ ਚੱਲਦੀਆਂ ਨੇ। ਇਹਨਾਂ ਨੇ ਇਹ ਐਨਪੀਐਸ ਸਕੀਮ ਤੋਂ ਜੁਡੀਸ਼ਰੀ ਪਹਿਲਾਂ ਹੀ ਬਾਹਰ ਕੱਢਤੀ ਸੋ ਦੈਟ ਕਿ ਜੁਡੀਸ਼ਰੀ ਕੋਈ ਕੇਸ ਨਾ ਸੁਣੇ ਇਸ ਤੇ, ਕਿਉਂਕਿ ਉਹ ਆਊਟ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਐਨਪੀਐਸ ਤਾਂ ਜਿਨ੍ਹਾਂ ਲਈ ਹੈਗੀ ਆ ਉਹਨਾਂ ਲਈ ਬਣੀ ਰਵੇ। ਇਹਨਾਂ ਨੇ ਜਿੰਨੇ A1 ਆਫੀਸਰਸ ਨੇ ਉਹ ਆਲਮੋਸਟ ਬਾਹਰ ਨੇ। ਤਾਂ ਬੇਸਿਕਲੀ ਇਹ ਹੈ ਕਿ ਜਿਹੜਾ ਖਾਸ ਕਰ ਜਿਹੜਾ ਹੈਂਡ ਟੂ ਮਾਊਥ ਕਰਮਚਾਰੀ ਹੈ, ਜਿਹੜਾ ਬੇਸਿਕਲੀ ਜਿਹੜੀ ਮਜਬੂਰੀ ਹੈ ਸਰਕਾਰੀ ਨੌਕਰੀ ਕਰਨਾ ਤੇ ਸਰਕਾਰੀ ਨੌਕਰੀ ਫੜ ਕੇ ਆਪਦੇ ਟੱਬਰ ਦਾ ਜਿਹੜਾ ਢਿੱਡ ਭਰਨਾ, ਇਹ ਬੇਸਿਕਲੀ ਉਹਨਾਂ ਦਾ ਹੀ ਉਹ ਹੈ, ਉਹਨਾਂ ਤੇ ਮਾਰ ਹੈ। ਤੇ ਉਹੀ ਤਾਂ ਹੀ ਉਹ ਅੱਜ ਮੈਦਾਨਾਂ 'ਚ ਨੇ, ਤਾਂ ਹੀ ਉਹ ਅੱਜ ਇੱਥੇ ਬਹਿ ਕੇ ਪ੍ਰੋਟੈਸਟ ਕਰ ਰਹੇ ਨੇ, ਤਾਂ ਹੀ ਉਹ ਯਾਤਰਾਵਾਂ ਕਰ ਰਹੇ ਨੇ। ਕਿ ਗੱਲ ਇਹ ਹੈ ਕਿ ਅਸੀਂ ਇਹ ਤਨਖਾਹਾਂ ਤੇ ਆਪਦੀ ਜ਼ਿੰਦਗੀ ਨੂੰ ਗੁਜ਼ਰ ਬਸਰ ਕਰਨ ਦੀ ਉਮੀਦ ਰੱਖਦੇ ਹਾਂ। ਸਾਡੇ ਕੋਲੇ ਉਹ ਪੱਲਿਓਂ ਕੋਈ ਪ੍ਰਾਪਰਟੀਆਂ ਨਹੀਂ ਹੈਗੀਆਂ, ਸਾਡੇ ਕੋਲੇ ਕਿੱਲੇ ਨਹੀਂ ਹੈਗੇ, ਸਾਡੇ ਕੋਲੇ ਜ਼ਮੀਨਾਂ ਨਹੀਂ ਹੈਗੀਆਂ, ਜਾਂ ਸਾਡੇ ਕੋਲੇ 2 ਨੰਬਰ ਦਾ ਪੈਸਾ ਨਹੀਂ ਹੈਗਾ। ਅਸੀਂ ਉਹ ਲੋਕ ਹਾਂ ਜਿਹੜੇ ਇਮਾਨਦਾਰੀ ਦੇ ਨਾਲ ਆਪਦੀ ਨੌਕਰੀ 8 ਘੰਟੇ ਦਿੰਦੇ ਆ, ਉਸ ਤੋਂ ਬਾਅਦ ਵਿੱਚ ਸਾਡੇ ਕੋਲੇ ਤਨਖਾਹ ਹੁੰਦੀ ਹੈ ਮਹੀਨੇ ਦੇ ਐਂਡ ਵਿੱਚ, ਉਹਦੇ ਨਾਲ ਸਾਡੇ ਟੱਬਰ ਦਾ ਗੁਜ਼ਾਰਾ ਚੱਲਦਾ। ਤੇ ਇਸੇ ਚੀਜ਼ ਲਈ ਦਿੱਕਤ ਹੈ, ਜੇ ਸਾਡੇ ਕੋਲੇ ਜ਼ਮੀਨਾਂ ਹੋਣ, ਪ੍ਰਾਪਰਟੀ ਹੋਣ, ਫਿਰ ਤਾਂ ਸਾਡਾ 60 ਸਾਲ ਤੋਂ ਬਾਅਦ ਵੀ ਚੱਲਦਾ ਰਹੂਗਾ। ਪਰ ਬੇਸਿਕਲੀ ਇਹ ਹੈ ਕਿ ਸਾਨੂੰ ਪੈਨਸ਼ਨ ਤਾਂ ਇੰਪੋਰਟੈਂਟ ਹੈ ਕਿ ਉਸ ਟਾਈਮ ਤੇ ਸਾਡਾ ਇਕਨੋਮਿਕ ਅਰਨਿੰਗ ਦਾ ਰਿਸੋਰਸ ਕੀ ਹੋਊਗਾ। ਬੀਇੰਗ ਗਵਰਨਮੈਂਟ ਇੰਪਲੋਈ ਉਹ ਇੱਕੋ ਇੱਕ ਰਿਸੋਰਸ ਸੀ ਕਿ ਤੁਹਾਨੂੰ ਪੈਨਸ਼ਨ ਮਿਲਦੀ ਤੇ ਅਸੀਂ ਆਪ ਦਾ ਖਰਚਾ ਜਿਹੜਾ ਉਹ ਕੱਢ ਸਕਦੇ ਸੀ ਉਹਦੇ ਤੋਂ। ਹੁਣੇ ਆਪਾਂ ਦੇਖਿਆ ਸਤਿਆਪਾਲ ਜੈਨ ਜਿਹੜੇ ਕਿ ਉਹਨਾਂ ਨੇ ਮੈਮੋਰੈਂਡਮ ਅੱਗੇ ਪਾਸ ਔਨ ਕਰਨ ਦਾ ਸਰਕਾਰਾਂ ਨੂੰ ਇੱਕ ਤੁਹਾਨੂੰ ਕਲੇਮ ਕੀਤਾ ਵਾ, ਉਹਨਾਂ ਤੇ ਤੁਹਾਡਾ ਕਿੰਨਾ ਟਰਸਟ ਆ ਤੇ ਉਹਨਾਂ ਵਰਗੇ ਕਿੰਨੇ ਬੰਦੇ ਤੁਹਾਡੇ ਨਾਲ ਨੇ? ਦੇਖੋ, ਇਹ ਹੈ ਕਿ ਜਿਹੜਾ ਖਾਸ ਕਰ ਪੋਲੀਟੀਕਲ ਆਇਡੈਂਟੀਟੀਜ਼ ਨੇ, ਆਪਾਂ ਇਹ ਲੈ ਕੇ ਚੱਲਦੇ ਹਾਂ ਕਿ ਜਨਰਲੀ ਇਹ ਹੁੰਦਾ ਹੈ ਕਿ ਪੋਲੀਟੀਕਲ ਆਇਡੈਂਟੀਟੀਜ਼ ਨੂੰ ਲੋਕਾਂ ਦੀਆਂ ਪ੍ਰੋਬਲਮ ਸੁਣਨੀਆਂ ਚਾਹੀਦੀਆਂ ਨੇ ਤੇ ਅੱਗੇ ਰਿਪਰੈਜ਼ੈਂਟ ਕਰਨੀਆਂ ਚਾਹੀਦੀਆਂ ਨੇ। ਬੇਸਿਕਲੀ ਸਤਿਆਪਾਲ ਜੈਨ ਜੀ ਤੋਂ ਵੀ ਸਾਡੀ ਇਹੀ ਉਮੀਦ ਹੈ ਕਿ ਉਹਨਾਂ ਨੇ ਜਿਹੜੇ ਸਾਡੇ ਤੋਂ ਮੈਮੋਰੈਂਡਮ ਲਿਆ ਉਹ ਅੱਗੇ ਭੇਜਣਗੇ। ਇਹ ਪਾਲਿਸੀ ਲੈਵਲ ਡਿਸੀਜਨਸ ਹੈ, ਪਾਲਿਸੀ ਲੈਵਲ 'ਚ ਸੈਂਟਰਲ ਗਵਰਨਮੈਂਟ ਇਨਵੋਲਵਡ ਹੈ, ਸਟੇਟ ਗਵਰਨਮੈਂਟਸ ਇਨਵੋਲਵਡ ਨੇ। ਮੈਨੂੰ ਲੱਗਦਾ ਇਹ ਸਰਕਾਰਾਂ ਨੂੰ ਆਪ ਜ਼ਿੰਮੇਵਾਰੀ ਲੈ ਕੇ ਆਪਦੇ ਦੇਸ਼ ਦਾ ਭਵਿੱਖ ਕਿਵੇਂ ਦਾ ਹੋਣਾ ਚਾਹੀਦਾ ਉਸ ਬਾਰੇ ਸੋਚਦੇ ਹੋਏ ਇਸ ਪਾਲਿਸੀ ਨੂੰ ਬਦਲਣਾ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।